ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਸਿਦਕ ਸਬੂਰੀ ਸਾਧਕਾ, ਸਬਰ ਤੋਸਾ ਮਲਾਇਕਾ। ਦੀਦਾਰ ਪੂਰੇ ਪਾਇਸਾ, ਥਾਉ ਨਾਹੀ ਖਾਏ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਬਚਨ ਰਾਗ ਸ੍ਰੀ ਰਾਗ ਕੀ ਵਾਰ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਇਹਨਾਂ ਬਚਨਾਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਬਖਸ਼ਿਸ਼ ਕਰਦੇ ਹਨ। ਕਥਾਨਕਾਂ ਮੁਤਾਬਕ ਦੱਸਦੇ ਹਨ ਕਿ ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਦਾਸੀਆਂ ਦੌਰਾਨ ਪਾਕ ਪੱਟਣ ਭਾਵ ਭਗਤ ਫਰੀਦ ਜੀ ਦਾ ਜੋ ਇਲਾਕਾ ਹੈ ਉਹਨਾਂ ਦੀ ਗੱਦੀ 'ਤੇ ਪਹੁੰਚੇ ਅਤੇ ਉੱਥੇ ਉਹਨਾਂ ਦਾ ਗੱਦੀ ਨਸ਼ੀਨ ਸ਼ੇਖ ਬ੍ਰਹਮ ਸੀ ਅਤੇ ਹੋਰ ਫਕੀਰਾਂ ਨਾਲ ਮਿਲ ਕੇ ਰਾਤ ਨੂੰ ਖੁਦਾ ਦੀ ਬੰਦਗੀ ਕਰਿਆ ਕਰਦਾ ਸੀ। ਉੱਥੇ ਧੰਨ ਗੁਰੂ ਨਾਨਕ ਦੇਵ ਜੀ ਗਏ, ਉੱਥੋਂ ਹੀ ਬਾਬੇ ਫਰੀਦ ਦੀ ਬਾਣੀ ਵੀ ਲੈ ਕੇ ਆਏ ਅਤੇ ਇੱਕ ਸ਼ਾਹੂਕਾਰ ਉਸ ਇਲਾਕੇ ਦਾ ਜਿਹੜਾ ਰੋਜ਼ਾਨਾ ਹੀ ਇਹਨਾਂ ਫਕੀਰਾਂ ਨੂੰ ਦਾਲ ਫੁਲਕਾ ਭੋਜਨ ਛਕਾਇਆ ਕਰਦਾ ਸੀ। ਅੱਜ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਪਹੁੰਚੇ, ਇਹ ਪ੍ਰਸ਼ਾਦਾ ਛਕਾ ਕੇ ਚਲਿਆ ਗਿਆ। ਉਸ ਤੋਂ ਮਗਰੋਂ ਸਤਿਗੁਰੂ ਜੀ ਉੱਥੇ ਆਏ ਅਤੇ ਫਕੀਰਾਂ ਤੋਂ ਥੋੜ੍ਹੇ ਫਾਸਲੇ 'ਤੇ ਬਿਰਾਜਮਾਨ ਹੋ ਗਏ। ਇਹਨਾਂ ਨਵੇਂ ਫਕੀਰਾਂ ਨੂੰ ਭਾਵ ਗੁਰੂ ਨਾਨਕ ਦੇਵ ਹੋਰਾਂ ਨੂੰ ਦੇਖ ਕਰਕੇ ਉਹ ਦੁਬਾਰਾ ਅੱਧੀ ਰਾਤ ਨੂੰ ਦੁੱਧ ਲੈ ਕੇ ਆਇਆ ਅਤੇ ਅੱਜ ਉਹਨੂੰ ਬੜਾ ਲਾਭ ਹੋਇਆ ਸੀ। ਕਮਾਈ ਵਿੱਚੋਂ ਨਫਾ ਹੋਣ ਕਰਕੇ ਖੁਸ਼ੀ ਵਿੱਚ ਫਕੀਰਾਂ ਦੇ ਸਨਮਾਨ ਵਿੱਚ ਕਹਿੰਦੇ ਮੋਹਰਾਂ ਵੀ ਲੈ ਕੇ ਆਇਆ, ਕੁਝ ਭੇਟਾਂ ਲੈ ਕੇ ਆਇਆ ਅਤੇ ਫਕੀਰਾਂ ਦੇ ਪਿਆਲਿਆਂ ਵਿੱਚ ਦੁੱਧ ਪਾ ਦਿੱਤਾ ਅਤੇ ਇੱਕ ਇੱਕ ਮੋਹਰ ਰੱਖ ਦਿੱਤੀ। ਭਾਵ ਉਸ ਪਿਆਲਿਆਂ ਦੇ ਕੋਲ ਇੱਕ ਇੱਕ ਮੋਹਰ ਉਸਨੇ ਭੇਟਾ ਵੀ ਦੇ ਦਿੱਤੀ। ਜਦੋਂ ਮੁੜਨ ਲੱਗਿਆ ਅਤੇ ਧੰਨ ਗੁਰੂ ਨਾਨਕ ਦੇਵ ਹੋਰਾਂ ਨੂੰ ਦੇਖ ਕਰਕੇ ਸੋਚਿਆ ਵੀ ਇਹਨਾਂ ਫਕੀਰਾਂ ਦੀ ਤਾਂ ਮੈਂ ਰੋਜ਼ ਹੀ ਸੇਵਾ ਕਰਦਾ ਹਾਂ, ਆਹ ਨਵੇਂ ਫਕੀਰ ਆਏ ਨੇ, ਇਹਨਾਂ ਦੀ ਸੇਵਾ ਕਰਕੇ ਵੀ ਲਾਭ ਲੈਣਾ ਚਾਹੀਦਾ। ਤਾਂ ਉਸਨੇ ਬਾਕੀ ਥੈਲੀ ਵਿੱਚ ਬਚੀਆਂ ਮੋਹਰਾਂ ਉਹਨਾਂ ਦੇ ਅੱਗੇ ਭੇਟ ਕਰ ਦਿੱਤੀਆਂ ਅਤੇ ਨਮਸਕਾਰ ਕਰਕੇ ਚਲਾ ਗਿਆ। ਇਹ ਕੌਤਕ ਤਾਂ ਭਾਵੇਂ ਗੁਰੂ ਜੀ ਨੇ ਆਪ ਹੀ ਕੀਤਾ ਹੈ ਇਹਨਾਂ ਫਕੀਰਾਂ ਦਾ ਹੰਕਾਰ ਤੋੜਨ ਲਈ। ਭਾਣਾ ਵਰਤਾਇਆ। ਸ਼ੇਖ ਇਬਰਾਹਿਮ ਨੂੰ ਪਤਾ ਨਾ ਲੱਗਿਆ ਕਿ ਗੁਰੂ ਸਾਹਿਬ ਦੇ ਕੋਲ ਵੀ ਉਹ ਦੁੱਧ ਰੱਖ ਗਿਆ ਹੈ। ਕੁਝ ਸਮੇਂ ਬਾਅਦ ਸਤਿਗੁਰੂ ਉੱਠੇ
ਤੇ ਸ਼ੇਖ ਬ੍ਰਹਮ ਨੇ ਸ਼ਲੋਕ ਬੋਲਿਆ, ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ। ਭਾਵ ਫਕੀਰ ਜੋ ਪਹਿਲੇ ਪਹਿਰ ਜਾਗਦੇ ਹਨ ਤੇ ਉਹਨਾਂ ਨੂੰ ਪਿਛਲੀ ਰਾਤ ਉਹਦਾ ਫਲ ਮਿਲਦਾ ਹੈ। ਉਹਨਾਂ ਨੇ ਉਚਾਰਿਆ ਸੀ ਕਿ ਅਸੀਂ ਦੇਖੋ ਰਾਤ ਨੂੰ ਜਾਗਰਾ ਕਰਦੇ ਹਾਂ ਤੇ ਸ਼ਾਹੂਕਾਰ ਪ੍ਰਸ਼ਾਦਾ ਛਕਾਉਂਦਾ ਹੈ ਤੇ ਅੱਜ ਸਾਨੂੰ ਮੋਹਰਾਂ ਦੇ ਕੇ ਗਿਆ। ਉਸ ਨੂੰ ਇਹ ਨਹੀਂ ਸੀ ਪਤਾ ਜਦੋਂ ਉਸ ਨੇ ਅੱਧੀ ਰਾਤ ਨੂੰ ਪਹਿਲੇ ਪਹਿਰ ਦੁੱਧ ਮੋਹਰਾਂ ਆਦਿ ਪਦਾਰਥਾਂ ਰੂਪੀ ਫੁੱਲ ਪ੍ਰਾਪਤ ਕੀਤੇ ਤੇ ਛਕ ਕੇ ਰਾਤ ਨੂੰ ਭਗਤੀ ਕਰਕੇ ਪਿਛਲੇ ਪਹਿਰ ਗਿਆਨ ਰੂਪੀ ਫਲ ਪ੍ਰਾਪਤ ਕਰਾਂਗੇ। ਉਸਨੇ ਤਾਂ ਇਸ ਵਿਸ਼ੇ ਤੇ ਗੱਲ ਕਰੀ ਸੀ ਕਿ ਦੇਖੋ ਅਸੀਂ ਭਗਤੀ ਕਰਦੇ ਹਾਂ, ਸਾਨੂੰ ਫਲ ਦੁੱਧ ਮਿਲਿਆ ਔਰ ਨਾਲ ਮਾਇਆ ਮਿਲੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਇਹਨਾਂ ਦਾ ਇਹ ਬਚਨ ਸੁਣ ਕੇ ਆਪਣਾ ਬਚਨ ਉਚਾਰਨ ਕੀਤਾ। ਸ਼ਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ। ਇਹ ਦਾਤਾਂ ਜਿਹੜੀਆਂ ਹਨ ਸੰਸਾਰ ਦੇ ਵਿੱਚ ਮਿਲਦੀਆਂ ਹਨ, ਇਹ ਪਰਮੇਸ਼ਰ ਦੇ ਹੱਥ ਵਿੱਚ ਹੈ। ਪਰਮੇਸ਼ਰ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਇੱਕ ਜਗੰਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਕਈਆਂ ਨੂੰ ਜਾਗਦਿਆਂ ਨੂੰ ਵੀ ਨਹੀਂ ਮਿਲਦਾ ਤੇ ਕਈਆਂ ਨੂੰ ਸੁੱਤਿਆਂ ਨੂੰ ਜਗਾ ਕੇ ਦੇ ਦਿੰਦਾ। ਇਹ ਪਰਮੇਸ਼ਰ ਦੇ ਹੱਥ ਵਿੱਚ ਹੈ। ਤੁਸੀਂ ਕਿਹਾ ਇਸ ਸੰਸਾਰ ਦੀਆਂ ਵਸਤੂਆਂ ਦੀ ਗੱਲ ਕਰਦੇ। ਉਸਨੇ ਕੀ ਕਿਹਾ? ਬਾਬੇ ਫਰੀਦ ਦੇ ਸ਼ਲੋਕਾਂ ਵਿੱਚ ਇਹ ਬਚਨ ਹੈ, ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ। ਜੋ ਜਾਗਨ ਸੇ ਲਹਨ ਸਾਈਂ ਕੰਨੋਂ ਦਾਤ। ਅਧਿਆਤਮਕ ਅਰਥ ਇਹਦਾ ਹੈ ਕਿ ਜਿਹੜੇ ਜੀਵਨ ਦੇ ਪਹਿਲੇ ਪਹਿਰ ਵਿੱਚ ਨਾਮ ਜਪਦੇ ਹਨ, ਉਹਨਾਂ ਨੂੰ ਪਿਛਲੇ ਪਹਿਰ ਵਿੱਚ ਪਰਮੇਸ਼ਰ ਦੀ ਦਾਤ ਪ੍ਰਾਪਤ ਹੁੰਦੀ ਹੈ, ਉਸ ਦੀ ਪ੍ਰਾਪਤੀ ਹੁੰਦੀ ਹੈ, ਉਸ ਦਾ ਗਿਆਨ ਪ੍ਰਾਪਤ ਹੁੰਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਇਹ ਪਰਮੇਸ਼ਰ ਦੇ ਹੱਥ ਵਿੱਚ ਹੈ, ਉਸਨੇ ਕਿਸ ਨੂੰ ਗਿਆਨ ਦੇਣਾ। ਜਿਵੇਂ ਅੱਜ ਤੁਹਾਨੂੰ ਪਤਾ ਨਹੀਂ, ਰਾਤ ਨੂੰ ਫਕੀਰ ਆਪਣਾ ਸ਼ਾਹੂਕਾਰ ਫਿਰ ਆਇਆ, ਉਹ ਤੁਹਾਡੇ ਦੁੱਧ ਦੇ ਪਿਆਲੇ ਧਰ ਗਿਆ, ਤੁਸੀਂ ਦੁੱਧ ਪੀ ਲਿਆ ਪਰ ਮੋਹਰਾਂ ਦਾ ਤੁਹਾਨੂੰ ਪਤਾ ਨਹੀਂ ਲੱਗਿਆ। ਤੇ ਸਾਡੇ ਕੋਲ ਵੀ ਉਹ ਮੋਹਰਾਂ ਦੀ ਥੈਲੀ ਤੇ ਸਮੁੰਦਰ ਧਰ ਗਿਆ, ਦੁੱਧ ਧਰ ਗਿਆ। ਇਹ ਪਰਮੇਸ਼ਰ ਦੀ ਮਰਜ਼ੀ ਹੈ। ਕਈਆਂ ਨੂੰ ਜਾਗਦਿਆਂ ਨੂੰ ਪਤਾ ਨਹੀਂ ਲੱਗਦਾ, ਕਈਆਂ ਨੂੰ ਸੁੱਤਿਆਂ ਨੂੰ ਵੀ ਠਾ ਕੇ ਦੇ ਦਿੰਦਾ। ਇਸ ਦੇ ਇੱਕ ਇੱਕ ਸ਼ਬਦ ਦੇ ਚਾਰ ਚਾਰ ਅਰਥ ਬਣਦੇ ਆ, ਅਧਿਆਤਮਕ ਵੀ ਤੇ ਸੰਸਾਰੀ ਵੀ, ਦਰਗਾਹੀ ਵੀ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਹੈ ਬੜਾ ਬੇਅੰਤ ਹੈ। ਕਈਆਂ ਨੂੰ ਜਗਾ ਕੇ ਦਾਤਾਂ ਦੇ ਦਿੰਦਾ, ਕਈ ਜਾਗਦੇ ਹੋਏ ਵੀ ਦਾਤਾਂ ਤੋਂ ਵਾਂਝੇ ਰਹਿ ਜਾਂਦੇ। ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ। ਇਹ ਦਾਤਾਂ ਤਾਂ ਪਰਮੇਸ਼ਰ ਦੀ ਮਰਜ਼ੀ ਹੈ, ਕਿਹਨੂੰ ਦੇਵੇ।
कई जागदे होए भी दाता नहीं लै सकते, कईयां नूं सुत्तियां नूं उठा के ये दातां देण दी कोशिश करदा देंदा। पर मनुख नूं अपने सिदक ते रहना चाहिदा। उन्हां ने अपनियां मोहरां दा मान कीता भी सानू देखो, नाले दुध पिया के गया, नाले मोहरां दे के गया। तो बाबा जी कहते आ देखो थैली साडे कोले भी पई है, कहो सतनाम श्री। पर मनुख नूं सिदक सबूरी साधका सबर तोसा मलाइका। पातशाह जी कहते इस मनुख नूं उस दाते दी रजा दे विच रहना चाहिदा, सिदक ते रहना चाहिदा, सबर च रहना चाहिदा। सिदक सबर तोसा सिदक सबूरी साधका साधक होंदे आ फकीर। जग्यासुआं दे हिरदे विच परमेश्वर दा सिदक ते भरोसा सबर संतोख जरूरी है। मलाइकां देवतियां वर्गा सुभाव रखना चाहिए और इक्को ख्याल रखना चाहिए कि असी परमेश्वर नूं प्राप्त करना। दीदार पूरे पायसा थाओ नाही खाएका। और इक्को मनुख का ख्याल होना चाहिए परमेश्वर की प्राप्ति। ते जिहड़े सिदक सबर सबूरी अंदर रहिंदे हन वो परमेश्वर नूं प्राप्त कर लैंदे है। ते जिहड़े उस परमेश्वर नाल नहीं जुड़दे, लालच विच विचरदे हन, उन्हां नूं परमेश्वर की प्राप्ति नहीं हुंदी। जिस काम दे लई मनुखा जीवन प्राप्त होया, थाओ नाही खाएका। खाएका कहंदे आ मूर्खां नूं। मूर्खां नूं उहदे चरनां विच टिकाणा नहीं मिलदा। सबर संतोख सिदक सबूरी रखण वालियां नूं परमेश्वर की प्राप्ति हो जाती है। ये दातां परमेश्वर ने अपने हथ विच रखियां। दातै दात रखी हथ अपने, जिस भावै तिस देई। उस दाते ने ये दातां अपने हथ विच रखियां, जिहड़ा उहनूं चंगा लगदा है उस नूं देंदा। सतगुरु पातशाह जी बख्शिश करदे हन, पौड़ी सब आपे तो दे उपाय कह आप कर लाई। उस परिपूर्ण परमेश्वर परमात्मा ने सृष्टि नूं पैदा करके आप ही धंधियां विच लाया, कम्मां विच लाया। एका माई जुगत विआही, तीन चेले प्रवान, एक संसारी, एक भंडारी, एक लाए दीवान। और परिपूर्ण परमेश्वर परमात्मा जो है वो ऐसा है जिसने दुनिया नूं पैदा करके अनेकां कम्मां विच लाया। ते पातशाह जी कहते जिन उपाई रंग रवाई, बैठा वेखै वख अकेला। जिस तरह कोई यात्रू यात्रा ते जावे और बाजार दे विच वड़ के ये भुल जावे कि अगे भी जाना, ते मगरों उन्हां दी गड्डी निकल जावे
ਬਾਜ਼ਾਰ ਦੀਆਂ ਵਸਤੂਆਂ ਨੂੰ ਵੇਖਦਾ ਵੇਖਦਾ ਬੰਦੇ ਦਾ ਸਮਾਂ ਲੰਘ ਜਾਂਦਾ ਜਿਵੇਂ, ਤੇ ਜਿਹੜੀ ਗੱਡੀ ਹੈ, ਬੱਸ ਹੈ, ਉਹਨੇ ਆਪਣੇ ਸਮੇਂ 'ਤੇ ਨਿਕਲ ਜਾਣਾ, ਫਿਰ ਉਹਦੇ ਹੱਥ ਪਛਤਾਵਾ ਰਹਿ ਜਾਂਦਾ ਹੈ। ਇਸੇ ਤਰ੍ਹਾਂ ਇਹ ਮਨੁੱਖ ਜਿਹੜਾ ਹੈ ਮਾਤ ਲੋਕ ਵਿੱਚ ਆਇਆ ਔਰ ਮੌਤ ਵਾਲੀ ਗੱਡੀ ਜਿਹੜੀ ਸਪੈਸ਼ਲ ਪਰਮੇਸ਼ਰ ਨੇ ਬਣਾਈ ਹੈ, ਉਹਨੇ ਆਉਣਾ ਔਰ ਜੀਵ ਨੂੰ ਚੱਕ ਕੇ ਲੈ ਜਾਣਾ, ਸੰਸਾਰ ਦਾ ਕੱਬ ਵਿੱਚੇ ਛੁੱਟ ਜਾਣਾ। ਉਸ ਮੌਤ ਦੇ ਆਉਣ ਤੋਂ ਪਹਿਲਾਂ ਪਹਿਲਾਂ ਇਹ ਸੰਸਾਰ ਦੇ ਬਾਜ਼ਾਰ ਦੇ ਵਿੱਚ ਵਿਚਰਦਾ ਰਿਹਾ ਔਰ ਇਸ ਨੇ ਖਿਆਲ ਨਹੀਂ ਕੀਤਾ ਕਿ ਉਧਰੋਂ ਮੌਤ ਆ ਗਈ, ਸਮਾਂ ਸਮਾਪਤ ਹੋ ਗਿਆ, ਮੌਤ ਆ ਗਈ। ਤੇ ਫਿਰ ਪਛਤਾਵਾ ਹੱਥ ਰਹਿ ਗਿਆ ਕਿ ਮੈਂ ਜਿਸ ਕੰਮ ਲਈ ਆਇਆ ਸੀ ਉਹ ਕੰਮ ਨਹੀਂ ਕੀਤਾ। ਤੇ ਕਈ ਐਸੇ ਭੁਲੇਖੇ ਵਿੱਚ ਜੀਵਨ ਖਤਮ ਕਰ ਜਾਂਦੇ ਆ, ਕਈਆਂ ਨੂੰ ਸਮੇਂ ਸਿਰ ਜਗਾ ਦਿੰਦਾ, ਭਾਵ ਸੁਚੇਤ ਕਰ ਦਿੰਦਾ, ਵੀ ਉੱਠ ਕੇ ਨਾਮ ਜਪੋ, ਮੌਤ ਦਾ ਸਮਾਂ ਨੇੜੇ ਹੈ, ਪਤਾ ਨਹੀਂ ਕਦੋਂ ਮੌਤ ਵਾਲੀ ਗੱਡੀ ਆ ਜਾਵੇ ਤੇ ਸੰਸਾਰ ਛੱਡ ਕੇ ਜਾਣਾ ਪਵੇ। ਤਾਂ ਅਕਾਲ ਪੁਰਖ ਦੇ ਅੱਗੇ ਧੰਨ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ। ਪੌੜੀ ਚੌਥੇ ਪਾਤਸ਼ਾਹ ਦੀ ਹੈ, ਸਭ ਆਪੇ ਤੁਧ ਉਪਾਇ ਕਹਿ ਆਪ ਕਾਰੇ ਲਾਈ, ਤੂੰ ਆਪੇ ਵੇਖ ਵਿਗਸਦਾ ਆਪਣੀ ਵਡਿਆਈ। ਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕੀਤਾ, ਆਪ ਹੀ ਦੁਨੀਆ ਨੂੰ ਧੰਦਿਆਂ ਵਿੱਚ ਪਾ ਦਿੱਤਾ। ਤੇ ਕਿਤੇ ਕਿਤੇ ਜਦੋਂ ਕੋਈ ਤੇਰੀ ਵਡਿਆਈ ਕਰਦਾ ਹੈ, ਉਸ ਨੂੰ ਵੇਖ ਕੇ ਤੂੰ ਖੁਸ਼ ਵੀ ਹੁੰਦਾ। ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵਖ ਅਕੇਲਾ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਹੈ, ਆਪ ਹੀ ਸਾਰਿਆਂ ਦੇ ਕੰਮਾਂ ਨੂੰ ਦੇਖ ਕੇ ਖੁਸ਼ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਤੂੰ ਆਪਣੀ ਵਡਿਆਈ ਨੂੰ ਆਪ ਹੀ ਜਾਣਦਾ ਹੈ, ਤੇਰੀਆਂ ਤੂੰ ਜਾਣਦਾ ਹੈ। ਔਰ ਇਹ ਦੁਨੀਆ ਜੋ ਧੰਦਿਆਂ ਵਿੱਚ ਫਸਾਈ ਹੋਈ ਆ, ਬਾਜੀਗਰ ਦੇ ਤਮਾਸ਼ੇ ਦੀ ਤਰ੍ਹਾਂ ਦੁਨੀਆ ਤਮਾਸ਼ਾ ਕਰ ਰਹੀ ਹੈ। ਜਿਵੇਂ ਪਹਿਲਾਂ ਪੁਤਲੀਆਂ ਦੀ ਖੇਡ ਹੁੰਦੀ ਸੀ ਇੱਕ, ਔਰ ਪੁਤਲੀਆਂ ਦੇ ਨਾਲ ਇੱਕ ਬਰੀਕ ਜਿਹਾ ਧਾਗਾ ਬੰਨ੍ਹਿਆ ਹੁੰਦਾ ਸੀ, ਤੇ ਉਹ ਧਾਗਾ ਜਿਹੜਾ ਹੈ ਉਸ ਬਾਜੀਗਰ ਦੇ ਉਸ ਪੁਤਲੀਆਂ ਨੂੰ ਨਚਾਉਣ ਵਾਲੇ ਦੀਆਂ ਉਂਗਲਾਂ ਨਾਲ ਜੋੜਿਆ ਹੁੰਦਾ ਸੀ, ਬੰਨ੍ਹਿਆ ਹੁੰਦਾ ਸੀ। ਤੇ ਜਿਵੇਂ ਜਿਵੇਂ ਉਹ ਉਂਗਲਾਂ ਹਿਲਾਉਂਦਾ, ਉਵੇਂ ਉਵੇਂ ਪੁਤਲੀਆਂ ਨੱਚਦੀਆਂ। ਇਸੇ ਤਰ੍ਹਾਂ ਹੀ ਸਾਡੀ ਜਿਹੜੀ ਹੈ ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ, ਨਾਨਕਾ ਸੱਚ ਹੈ ਉਹ ਸਾਨੂੰ ਨਚਾ ਰਿਹਾ ਹੈ। ਔਰ ਇੱਕ ਥਾਂ ਪਾਤਸ਼ਾਹ ਲਿਖਦੇ ਹੈ, ਦੇਖੋ ਦੇਖੋ ਮਾਟੀ ਕਾ ਪੁਤਰਾ ਕੈਸੇ ਨਚਤ ਹੈ, ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਜਦੋਂ ਮਾਇਆ ਹੱਥੋਂ ਨਿਕਲ ਜਾਂਦੀ ਹੈ ਫਿਰ ਰੋਂਦਾ, ਜਦੋਂ ਪ੍ਰਾਪਤ ਹੁੰਦੀ ਹੈ ਫਿਰ ਹੱਸਦਾ ਹੈ। ਹੰਕਾਰ ਦੇ ਵਿੱਚ ਦੋਨੇ ਸਮਿਆਂ ਵਿੱਚ ਰੱਬ ਨੂੰ ਯਾਦ ਨਹੀਂ ਕਰਦਾ, ਪਰਮੇਸ਼ਰ ਨੂੰ ਯਾਦ ਨਹੀਂ ਕਰਦਾ। ਸਭ ਆਪੇ ਤੁਧ ਉਪਾਇ ਕੈ ਆਪ ਕਾਰੈ ਲਾਈ, ਤੂੰ ਆਪੇ ਵੇਖ ਵਿਗਸਦਾ ਆਪਣੀ ਵਡਿਆਈ। ਹਰ ਤੁਧੋਂ ਬਾਹਰ ਕਿਛ ਨਹੀਂ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ।
ਪਾਤਸ਼ਾਹ ਜੀ ਕਹਿੰਦੇ ਇਹ ਸਭ ਉਹਦੇ ਹੁਕਮ ਦੇ ਅੰਦਰ ਵਰਤ ਰਿਹਾ ਹੈ, ਉਹਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ, ਸਾਰੇ ਉਹਦੇ ਹੁਕਮ ਦੇ ਅੰਦਰ ਚੱਲ ਰਹੇ ਹਨ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੁਨੀਆ ਨੂੰ ਚਲਾ ਰਿਹਾ ਹੈ, ਆਪੇ ਆਪ ਵਰਤਦਾ ਸਭਨੀ ਹੀ ਥਾਈਂ। ਜਿਸ ਤਰ੍ਹਾਂ ਕਿਸੇ ਅਫਸਰ ਦਾ ਹੁਕਮ ਸਾਰੇ ਦਫ਼ਤਰਾਂ ਵਿੱਚ ਪਹੁੰਚ ਜਾਂਦਾ ਹੈ, ਇਸੇ ਤਰ੍ਹਾਂ ਪਰਮੇਸ਼ਰ ਦਾ ਹੁਕਮ ਸਾਰੇ ਮਨੁੱਖਾਂ ਵਿੱਚ ਆਉਂਦਾ। ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਉਹ ਇੱਕ ਹੋ ਕੇ ਵੀ ਅਨੇਕਾਂ ਹੈ ਤੇ ਅਨੇਕਾਂ ਹੋ ਕੇ ਇੱਕ ਹੈ। ਅਨੇਕਾਂ ਕਿਸ ਤਰ੍ਹਾਂ ਹੈ? ਉਹਦਾ ਹੁਕਮ ਉਹ ਅਨੇਕਾਂ ਰੂਪ 'ਚ ਹੋ ਗਿਆ। ਹੁਕਮ ਹੀ ਹੁਕਮ ਚਲਾਏ ਰਾਹੋ, ਨਾਨਕ ਬਿਕਸੈ ਵੇ ਪ੍ਰਵਾਹੋ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਹੜਾ ਹੈ, ਦੇਖ ਦੇਖ ਕੇ ਦੁਨੀਆ ਨੂੰ ਖੁਸ਼ ਹੁੰਦਾ ਹੈ ਆਪਣੇ ਹੁਕਮ ਅੰਦਰ ਚਲਾ ਕੇ। ਤੇ ਨਾਲੇ ਕਹਿੰਦਾ ਦੇਖੋ ਦੇਖੋ ਮਾਟੀ ਕਾ ਪੁੱਤਰਾ ਕੈਸੇ ਨਚਤ ਹੈ, ਜਬ कछ पावे तब गर्भ करत है, माया गई तब रोवन लगत है। ਜਦੋਂ ਪ੍ਰਾਪਤ ਹੁੰਦਾ ਫਿਰ ਹੰਕਾਰ ਵਿੱਚ ਹੱਸਦਾ ਨਹੀਂ, ਥੱਕਦਾ, ਤੇ ਜਦੋਂ ਕੁਝ ਚਲਿਆ ਜਾਂਦਾ ਤੇ ਫਿਰ ਰੋਂਦਾ ਨਹੀਂ, ਝੱਲੀਦਾ। ਐਸਾ ਇਹ ਮਨੁੱਖ ਹੈ। ਤਾਂ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ, ਹਰ ਤਿਸੈ ਧਿਆਵੋ ਸੰਤ ਜਨੋ ਜੋ ਲੈ ਛਡਾਈ। ਤਾਂ ਤੇ ਉਹਨਾਂ ਸੰਗਤਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਵਿਚਾਰ ਕਰਦੇ ਹੋਏ ਕਹਿ ਰਹੇ ਹਨ, ਆਓ ਉਸ ਪਰਮੇਸ਼ਰ ਨੂੰ ਸਿਮਰੀਏ ਜਿਹੜਾ ਸਾਨੂੰ ਅੰਤ ਵੇਲੇ ਛਡਾਉਣ ਵਾਲਾ ਹੈ। ਅਗਲਾ ਸ਼ਲੋਕ ਫਿਰ ਧੰਨ ਗੁਰੂ ਨਾਨਕ ਦੇਵ ਜੀ ਦਾ ਹੈ। ਸ਼ਲੋਕ ਮਹੱਲਾ ਪਹਿਲਾ। ਫੱਕੜ ਜਾਤੀ ਫੱਕੜ ਨਾਓ, ਸਭਨਾ ਜੀਆਂ ਇੱਕਾ ਛਾਓ। ਇਹਦੇ ਪਿੱਛੇ ਵੀ ਉਥਾਨਕ ਹੈ। ਕਹਿੰਦੇ ਇੱਕ ਵਾਰ ਧੰਨ ਗੁਰੂ ਨਾਨਕ ਦੇਵ ਜੀ ਰਾਵੀ ਦੇ ਕਿਨਾਰੇ ਬੈਠੇ ਨੇ ਤੇ ਉਹਨਾਂ ਦੇ ਕੋਲ ਇੱਕ ਮਨੁੱਖ ਆਇਆ। ਉਸ ਨੂੰ ਆਪਣੇ ਫੱਕਰਪੁਣੇ ਦਾ ਬੜਾ ਹੰਕਾਰ ਸੀ। ਬਾਬਾ ਜੀ ਕਹਿੰਦੇ ਕੀ ਨਾਮ ਹੈ ਭਾਈ ਤੇਰਾ? ਕਹਿੰਦਾ ਜੀ ਫੱਕਰਾਂ ਦਾ ਕਿਹੜਾ ਨਾਮ ਹੁੰਦਾ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਫੱਕਰ ਦਾ ਅਰਥ ਪਤਾ? ਫੱਕਰ ਦਾ ਅਰਥ ਹੁੰਦਾ ਫਕੀਰ। ਤੇ ਫਕੀਰ ਜਿਹੜੇ ਹੁੰਦੇ ਹਨ ਉਹ ਹਮੇਸ਼ਾ ਪਰਮੇਸ਼ਰ ਨਾਲ ਜੁੜੇ ਰਹਿੰਦੇ ਹਨ। ਜੇ ਫਕਰ ਹੋ ਕੇ ਵੀ ਕੋਈ ਆਪਣੀ ਜਾਤ ਸਦਾਏ, ਜੇ ਉਹ ਪਰਮੇਸ਼ਰ ਨਾਲ ਜੁੜ ਕੇ ਵੀ ਆਪਣੀ ਜਾਤ ਪਾਤ ਵਿੱਚ ਉਲਝਿਆ ਰਹੇ, ਆਪਣਾ ਨਾਮ ਚਮਕਾਉਣ ਵਿੱਚ ਲੱਗਿਆ ਰਹੇ, ਫਿਰ ਉਹ ਫੱਕਰ ਨਹੀਂ। ਫੱਕੜ ਜਾਤੀ ਫੱਕੜ ਨਾਓ, ਸਭਨਾ ਜੀਆਂ ਇੱਕਾ ਛਾਓ। ਠੀਕ ਹੈ, ਤੂੰ ਆਪਣੇ ਆਪ ਨੂੰ ਪਰਮੇਸ਼ਰ ਦਾ ਫੱਕਰ ਕਹਿੰਦਾ ਹੈ, ਤਾਂ ਹਜ਼ੂਰ ਕਹਿਣ ਲੱਗੇ ਫੱਕਰ ਕਿਹੋ ਜਿਹਾ ਹੋਣਾ ਚਾਹੀਦਾ ਜਿਸ ਦੇ ਅੰਦਰ ਜਾਤ ਪਾਤ ਦਾ ਹੰਕਾਰ ਨਾ ਹੋਵੇ, ਜਿਸ ਦੇ ਅੰਦਰ ਕੋਈ ਵਿਸ਼ੇ ਵਕਾਰ ਨਾ ਹੋਵੇ। ਉਹਨੂੰ ਫੱਕਰ ਕਹਿੰਦੇ ਆ, ਉਹਨੂੰ ਫਕੀਰ ਕਹਿੰਦੇ ਆ।
ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆਂ ਇੱਕਾ ਛਾਉ। ਸਾਰਿਆਂ ਉੱਤੇ ਉਸ ਪਰਮੇਸ਼ਰ ਨੂੰ ਜਾਣਨਾ ਕਰੇ, ਉਹਨੂੰ ਫੱਕਰ ਕਹਿੰਦੇ ਆ। ਜਿਵੇਂ ਭਾਈ ਕਨ੍ਹਈਆ ਜੀ ਦਾ ਸੁਭਾਅ ਇਹ ਹੈ ਫਕੀਰੀ। ਜਿਵੇਂ ਭਾਈ ਕਨ੍ਹਈਆ ਜੀ ਨੇ ਜੰਗ ਦੇ ਮੈਦਾਨ ਵਿੱਚ ਵੀ ਜਲ ਛਕਾਇਆ ਸਭ ਨੂੰ। ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆਂ ਇੱਕਾ ਛਾਉ। ਪਰ ਅੱਗੇ ਪਾਤਸ਼ਾਹ ਕਹਿੰਦੇ ਆਪੋ ਜੇ ਕੋ ਭਲਾ ਕਹਾਏ। ਜੇ ਕੋਈ ਕਹੇ ਕਿ ਮੈਂ ਬਹੁਤ ਵੱਡਾ ਫਕੀਰ ਹਾਂ, ਮੈਂ ਬਹੁਤ ਵੱਡਾ ਫਕਰ ਹਾਂ, ਕਿਉਂਕਿ ਮੈਂ ਤਾਂ ਇੱਥੋਂ ਖਤਮ ਹੀ ਹੋ ਗਈ। ਜਦ ਮੈਂ ਖਤਮ ਹੋ ਗਈ ਤੇ ਫਿਰ ਉਹ ਫਕਰ ਜਾਂ ਫੱਕੜ ਨਹੀਂ ਰਿਹਾ, ਉਹ ਸੰਸਾਰੀ ਕੁਝ ਵੀ ਨਹੀਂ ਰਿਹਾ। ਕੋਈ ਕਵੀ ਕਹਿੰਦਾ ਮਿਟਾ ਦੇ ਆਪਣੀ ਹਸਤੀ ਕੋ, अगर कुछ मर्तबा चाहे, जैसे कि दाना खाक में मिलकर गुले गुलजार होता है। कहने अपनी हस्ती नूं मिटा दे जे तू कुछ पाउणा चाहुंदा है। जिवें दाना धरती विच मिल के अपने आप नूं खत्म कर लैंदा है, पर उस तो फिर उहदे नाल दे जिवें आपां कणक दी गल करिए ते 20-25 दाणे उहदे वर्गे होर निकल आउंदे आ। जिमें गुरु साहब ने भी खालसा पंथ की अपने विचों साजना की को सतनाम श्री। तो पातशाह जी कहते आपो जे को भला कहाए। जे कोई अपने आप को कहे कि मैं फकीर हो गया, मैं तो फकर हो गया, असी तो जी साध हुन्ने आ, अंदर हंकार होवे बाहरों इदां दीयां गल्लां करे ते असी उहनूं फकर नहीं समझदे। ये कोई अपने आप को बाला चंगा समझे, दूजिया माड़ा समझे, वो भी कोई फकर नहीं है। को सतनाम श्री। कई बार असी किसी को कह दिंदे आ तू गुरुद्वारे नहीं जाता, लै मैं रोज़ जाना, 2 टाइम जाना, उत्थे भी हंकार झलकदा है। जाना चंगी गल है, किसी को जोड़ना प्यार दे नाल चाहिदा, इदां हंकार नाल नहीं जोड़िया जा सकता। प्रीतम जी कहंदे जिहड़ा अपने आप नूं इत्थे वड्डा फकीर ज्ञानी ब्रह्म ज्ञानी आदि कहाउंदा है। एक पिंड दे विच गल चली, परमेश्वर दे प्यारे उस नगर विच गए ते सारे नगर दे घरां दे मूहरे बोर्ड लगे हुए, फलाना स्यों ब्रह्म ज्ञानी 108 1008। तो महापुरुषों का चेला कहन लग्या जी ये पिंड वाले सारे ब्रह्म ज्ञानी है। कहने आहो लिखिया तो है भाई, देख लैने आ किन्ने क ब्रह्म ज्ञानी है। कहंदी उस नगर दे राजे नूं कोई बीमारी सी, खुरक पई हुई सी, कोड़ होया सी, कोई ना कोई बीमारी लगी हुई सी, वो हटदी नहीं सी। वो बहुत सारे लोगों को गया पर कितों उसका इलाज ना होया। तो उन्होंने महापुरुष मिले, कहने महाराजा खुरक नहीं हट रही पिंडे तो। कहने लगे ये तो हट जूगी, एक जुगती आ। कहने की? कहने कोई ब्रह्म ज्ञानी होवे उहदे खून दे नाल तू नहा लवें जे। कहना ब्रह्म ज्ञानी साडा पिंड भरिया पिया ब्रह्म ज्ञानियां दा। कहने बस फिर कोई एक अद्धा ब्रह्म ज्ञानी मंगा लै ते उहनूं कतल करके उहदा खून कढ लै ते उहदे नाल तू इशनान कर लै, तेरी खुरक हट जू। उन्हें ढंढोरा पटवाता भी राजे की बीमारी हटाउण वास्ते पता लग्या भी किसी ब्रह्म ज्ञानी का खून पिंडे ते पाया जाए तो बीमारी हट जू। जदों ही अनाउंसमेंट हुई पिंड विच, जिन्ने नगर दे विच बोर्ड लगे सी ब्रह्म ज्ञानी 1008 108 आदि आदि, सारिया ने बोर्ड ला के अंदर रखते लकोते। मौत तो डर गए भी जे ऊँ ना कोई गया तो इन्हें धक्के नाल फड़ के लै जाना, आप बोर्ड जे लाहो परे, आप कोई ब्रह्म ज्ञानी नहीं है। तो जदों पता लग्या पिंड विच सारिया ने बोर्ड ला लए, हुण सारिया दे गेटां दे उत्ते कोई बोर्ड नहीं लग्या। राजा कहंदे सारा पिंड ही ब्रह्म ज्ञानियां दा सीगा। कहंदे एवें फक्कड़ जाति फक्कड़ नाओ
ਆਪੋ ਜੇ ਕੋ ਭਲਾ ਕਹਾਏ, ਨਾਨਕ ਤਾਂ ਪਰ ਜਾਪੇ ਜਾਂ ਪਤ ਲੇਖੈ ਪਾਏ। ਕਹਿੰਦੇ ਉਹ ਤਾਂ ਰੱਬ ਦੀ ਦਰਗਾਹ ਵਿੱਚ ਪਤਾ ਲੱਗਦਾ, ਜੇ ਤਾਂ ਇੱਜ਼ਤ ਰਹਿ ਗਈ ਫਿਰ ਤਾਂ ਚੰਗਾ ਸੀਗਾ, ਜੇ ਨਾ ਰਹੀ ਤੇ ਫਿਰ ਕੋਈ ਚੰਗਾ ਨਹੀਂ ਸੀਗਾ ਬੰਦਾ। ਨਾਨਕ ਤਾਂ ਪਰ ਜਾਪੈ ਜਾਂ ਪਤ ਲੇਖੈ ਪਾਏ। ਇਹ ਗੱਲ ਤਾਂ ਜਾਪਦੀ ਹੈ ਜੇ ਇੱਜ਼ਤ ਰਹਿ ਜਾਵੇ। ਤੇ ਗੇੜਾ ਮਾਰਿਆ ਪਿੰਡ ਵਿੱਚ, ਫਿਰ ਸਾਰੀ ਬੋਰਡ ਖਤਮ ਹੋ ਗਏ, ਪਿੰਡ ਵਿੱਚੋਂ ਕੋਈ ਬ੍ਰਹਮ ਗਿਆਨੀ ਲੱਭੇ ਹੀ ਨਾ। ਰਾਜਾ ਕਹਿੰਦਾ ਜੀ ਕੀ ਗੱਲ ਹੋ ਗਈ? ਕਹਿਣ ਲੱਗੇ ਬਸ ਇਹੀ ਚੈੱਕ ਕਰਨਾ ਸੀ, ਬਿਮਾਰੀ ਤਾਂ ਤੇਰੀ ਇੰਨੇ ਕੰਮ ਨਾਲ ਹੀ ਹਟ ਜਾਣੀ ਆ। ਮਹਾਂਪੁਰਸ਼ਾਂ ਨੇ ਉਸ ਦੀ ਬਿਮਾਰੀ ਕਿਸੇ ਤਰ੍ਹਾਂ ਹਟਾ ਦਿੱਤੀ। ਇਸ ਤਰ੍ਹਾਂ ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਕੋਈ ਆਪਣੇ ਆਪ ਨੂੰ ਚੰਗਾ ਕਹਾਉਂਦਾ ਹੈ, ਪਰ ਉਹ ਤਾਂ ਹੀ ਚੰਗਾ ਹੈ ਜੇ ਉਸ ਦੀ ਪਰਮੇਸ਼ਰ ਦੀ ਦਰਗਾਹ ਵਿੱਚ ਇੱਜ਼ਤ ਰਹਿ ਜਾਵੇ। ਉਹ ਪਰਮੇਸ਼ਰ ਸਭ ਦਾ ਆਸਰਾ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਤਾਂ ਪਰ ਜਾਪੈ ਜਾਂ ਪਤ ਲੇਖੈ ਪਾਏ। ਅਗਲਾ ਸ਼ਬਦ ਹੈ ਦੂਸਰੇ ਪਾਤਸ਼ਾਹ ਜੀ ਦਾ, ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚੱਲੀਐ। ਇਹ ਸ਼ਬਦ ਉਸ ਵੇਲੇ ਉਚਾਰਿਆ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ। ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲਹਿਣਾ ਜੀ ਨੂੰ ਕਿਹਾ ਗੁਰਤਾ ਗੱਦੀ ਦੇਣ ਤੋਂ ਬਾਅਦ, ਬਈ ਤੁਸੀਂ ਖਡੂਰ ਸਾਹਿਬ ਚਲੇ ਜਾਓ, ਤੇ ਜਦੋਂ ਅਸੀਂ ਕਹਾਂਗੇ ਉਦੋਂ ਆਉਣਾ, ਨਹੀਂ ਤਾਂ ਆਉਣਾ ਨਹੀਂ। ਤੇ ਲਹਿਣਾ ਜੀ ਕਹਿਣ ਲੱਗੇ ਜੀ ਆਖਰੀ ਸਮੇਂ ਤਾਂ ਆ ਸਕਦਾ? ਕਹਿਣ ਲੱਗੇ ਵੀ ਨਹੀਂ, ਤੁਸੀਂ ਆਖਰੀ ਸਮੇਂ ਵੀ ਨਹੀਂ ਆਉਣਾ, ਮੈਂ ਆਪ ਹੀ ਆਊਂਗਾ। ਕਹਿਣ ਲੱਗੇ ਜੀ ਠੀਕ ਆ, ਕਿਉਂਕਿ ਉਹ ਸੱਤ ਵਚਨ ਮੰਨਦੇ ਸੀ ਹਰੇਕ ਗੱਲ ਨੂੰ। ਉਹਨਾਂ ਨੂੰ ਇਹ ਵੀ ਪਤਾ ਸੀ ਕਿ ਧੰਨ ਗੁਰੂ ਨਾਨਕ ਦੇਵ ਜੀ ਹੁਣ ਸਰੀਰ ਤਿਆਗਣਗੇ, ਜੋਤੀ ਜੋਤ ਸਮਾਉਣਗੇ, ਪਰ ਮੈਨੂੰ ਆਖਰੀ ਦਰਸ਼ਨ ਕਰਨ ਦਾ ਹੁਕਮ ਨਹੀਂ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰਤਾ ਗੱਦੀ ਦੀ ਬਖਸ਼ਿਸ਼ ਲੈ ਕੇ ਖਡੂਰ ਸਾਹਿਬ ਆ ਗਏ, ਆਪਣੇ ਘਰੇ ਆ ਗਏ। ਮਾਈ ਭਰਾਈ ਦੇ ਕੋਲ ਤਾਂ ਗੁਰੂ ਪਿਆਰਿਓ ਆ ਕੇ ਇੱਕ ਕਮਰਾ ਹੈ, ਉਹਦੇ ਅੰਦਰ ਵੜ ਕੇ ਬੈਠ ਗਏ, ਤੇ ਜਿੱਧਰ ਗੇਟ ਸੀ ਉਧਰ ਇੱਟਾਂ ਭਰਤੀਆਂ। ਤੇ ਮਾਈ ਭਰਾਈ ਨੂੰ ਕਹਿ ਦਿੱਤਾ ਕਿ ਮੈਨੂੰ ਕੋਈ ਬੁਲਾਵੇ ਨਾ, ਮੈਂ ਹੁਣ ਬਾਹਰ ਨਹੀਂ ਨਿਕਲਣਾ। ਇੱਧਰ ਕੁਝ ਦਿਨਾਂ ਬਾਅਦ ਧੰਨ ਗੁਰੂ ਨਾਨਕ ਦੇਵ ਜੀ ਸਰੀਰ ਤੇ ਆ ਗਏ, ਜੋਤੀ ਜੋਤ ਸਮਾ ਗਏ। ਸੰਗਤ ਡਾਵਾਂਡੋਲ ਹੋ ਗਈ। ਗੁਰੂ ਅੰਗਦ ਦੇਵ ਜੀ ਲੱਭਣ ਨਾ, ਉਹਨਾਂ ਨੂੰ ਬੜਾ ਲੱਭਿਆ, ਕਿਉਂਕਿ ਬਾਬੇ ਬੁੱਢੇ ਹੋਰਾਂ ਨੂੰ ਪਤਾ ਸੀ ਕਿ ਉਹਨਾਂ ਨੂੰ ਗੱਦੀ ਦਿੱਤੀ ਗਈ ਆ। ਲੱਭਦੇ ਲੱਭਦੇ ਖਡੂਰ ਸਾਹਿਬ ਪਹੁੰਚੇ, ਕਿਉਂਕਿ ਬਾਬਾ ਬੁੱਢਾ ਜੀ ਨੂੰ ਇਹ ਪਤਾ ਸੀ ਕਿ ਉਹ ਸੱਤ ਵਚਨ ਦੇ ਅਧਿਕਾਰੀ ਹਨ। ਉਹਨਾਂ ਨੂੰ ਖਡੂਰ ਸਾਹਿਬ ਜਾਣ ਦਾ ਹੁਕਮ ਸੀ, ਉਹ ਉੱਥੇ ਹੀ ਹੋਣਗੇ। ਤੇ ਬਾਬਾ ਬੁੱਢਾ ਜੀ ਉਹਨਾਂ ਨੂੰ ਲੱਭਦੇ ਹੋਏ ਸੰਗਤਾਂ ਸਮੇਤ ਖਡੂਰ ਸਾਹਿਬ ਆਏ। ਮਾਈ ਭਰਾਈ ਦੇ ਘਰ ਆ ਕੇ ਪੁੱਛਿਆ ਜੀ ਇੱਥੇ ਲਹਿਣਾ ਜੀ ਆਏ ਆ। ਉਹਨਾਂ ਨੂੰ ਹੁਕਮ ਸੀ ਕਿ ਤੁਸੀਂ ਦੱਸਣਾ ਨਹੀਂਗਾ। ਉਹਨਾਂ ਨੇ ਨਾ ਹਾਂ ਕਿਹਾ ਨਾ ਨਾ ਕਿਹਾ। ਤਾਂ ਉਸ ਵੇਲੇ ਫਿਰ ਬਾਬਾ ਬੁੱਢਾ ਜੀ ਨੇ ਉਸ ਘਰ ਵਿੱਚ ਦੇਖਣਾ ਸ਼ੁਰੂ ਕੀਤਾ, ਤੇ ਇਹ ਘਰ ਚਾਰ ਚੁਫੇਰੇ ਉਹ ਖਾਲੀ ਹੈ, ਬੰਦ ਹੈ ਕਮਰਾ। ਉਸ ਕਮਰੇ ਦੇ ਵਿੱਚ ਜਦ ਜਾਣ ਲੱਗੇ ਤੇ ਇੱਟਾਂ ਲੱਗੀਆਂ, ਤੇ ਜਦ ਇੱਟਾਂ ਲਾਹੀਆਂ ਤੇ ਗੁਰੂ ਅੰਗਦ ਦੇਵ ਜੀ ਅੰਦਰ ਬੈਠੇ ਸਨ, ਪਦਮ ਆਸਣ ਲਾ ਕੇ ਸਿਮਰਨ ਵਿੱਚ ਬੈਠੇ ਸਨ, ਧਿਆਨ ਜੋੜ ਕੇ। ਤੇ ਬਾਬਾ ਬੁੱਢਾ ਜੀ ਆਦਿ ਸੰਗਤਾਂ ਨੇ ਬੇਨਤੀ ਕੀਤੀ, ਪਾਤਸ਼ਾਹ ਸੰਗਤਾਂ ਤੁਹਾਡੇ ਦਰਸ਼ਨਾਂ ਲਈ ਵਿਆਕੁਲ ਹਨ, ਤੇ ਤੁਸੀਂ ਇੱਥੇ ਆ ਕੇ ਬੈਠ ਗਏ, ਤੁਹਾਡੀ ਡਿਊਟੀ ਲਾਈ ਹੈ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਪ੍ਰਚਾਰ ਕਰਨ ਦੀ, ਤੁਸੀਂ ਬਾਹਰ ਆਓ। ਉਸ ਵੇਲੇ ਗੁਰੂ ਪਿਆਰਿਓ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਫਿਰ ਸੰਗਤਾਂ ਦੀ ਬੇਨਤੀ ਮੰਨ ਕੇ ਬਾਹਰ ਆਉਣਾ ਕੀਤਾ। ਆਸਣ 'ਤੇ ਬਿਰਾਜਮਾਨ ਹੋਏ।
ਫਿਰ ਉਹਨਾਂ ਨੇ ਆਸਣ 'ਤੇ ਬੈਠ ਕੇ ਪਹਿਲਾ ਸ਼ਬਦ ਉਚਾਰਿਆ ਸੀ ਕਿ ਮੈਂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਮਰ ਕਿਉਂ ਨਾ ਗਿਆ। ਜਿਸ ਪਿਆਰੇ ਸਿਓ ਨੇਹੋ ਤਿਸ ਆਗੇ ਮਰ ਚੱਲੀਐ। ਬਰਾਗ ਦੇ ਵਿੱਚ ਆ ਗਏ। ਕਈ ਮਹੀਨੇ ਹੋ ਗਏ ਗੁਰੂ ਨਾਨਕ ਜੀ ਨੂੰ ਜੋਤੀ ਜੋਤ ਸਮਾਇਆ। ਇਹ ਤਾਂ ਹਰ ਵੇਲੇ ਦਰਸ਼ਨ ਕਰਦੇ ਸਨ, ਪਰ ਹੁਣ ਉਹ ਆਖਰੀ ਦਰਸ਼ਨ ਵੀ ਨਹੀਂ ਹੋਏ ਉਹਨਾਂ ਨੂੰ। ਇਸ ਕਰਕੇ ਉਹ ਬਰਾਗ ਦੇ ਵਿੱਚ ਆ ਕੇ ਕਹਿਣ ਲੱਗੇ, ਜਿਸ ਪਿਆਰੇ ਦੇ ਨਾਲ ਪਿਆਰ ਹੋਵੇ ਉਹ ਸਾਨੂੰ ਛੱਡ ਜਾਵੇ, ਅਸੀਂ ਮਰ ਕਿਉਂ ਨਾ ਜਾਈਏ, ਸਾਡਾ ਪਿਆਰ ਇਹੋ ਜਿਹਾ ਹੋਵੇ। ਜਿਸ ਪਿਆਰੇ ਸਿਓ ਨੇਹੋ ਤਿਸ ਆਗੇ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨਾ। ਤ੍ਰਿਗ ਹੈ ਸਾਡਾ ਇਹ ਸੰਸਾਰ ਦੇ ਵਿੱਚ ਉਹਨਾਂ ਤੋਂ ਬਾਅਦ ਜਿਉਣਾ। ਉਹਨਾਂ ਤੋਂ ਬਾਅਦ ਦੁਨੀਆ ਵਿੱਚ ਰਹਿ ਜਾਣਾ ਸਾਨੂੰ ਚੰਗਾ ਨਹੀਂ ਲੱਗਦਾ। ਪਰ ਸੰਗਤਾਂ ਦੇ ਬੇਨਤੀ ਕਰਨ 'ਤੇ ਲਹਿਣਾ ਜੀ ਫਿਰ ਪ੍ਰਚਾਰ ਕਰਨ ਲੱਗੇ ਸਿੱਖੀ ਦਾ। ਅਗਲੀ ਪੌੜੀ ਚੌਥੇ ਪਾਤਸ਼ਾਹ ਜੀ ਦੀ ਹੈ। ਇਹਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵੀ ਸਰਵਣ ਕਰਾਂਗੇ। ਮਹੱਲਾ ਦੂਜਾ। ਜਿਸ ਪਿਆਰੇ ਸਿਓ ਨੇਹੋ ਤਿਸ ਆਗੇ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ। ਪੌੜੀ ਅੱਗੇ ਚੌਥੇ ਪਾਤਸ਼ਾਹ ਜੀ ਦੀ ਪੌੜੀ ਹੈ। ਉਹਦੇ ਵਿੱਚ ਕੀ ਬਖਸ਼ਿਸ਼ ਕਰਦੇ ਨੇ ਇਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ